ਸਤਿ ਸ੍ਰੀ ਅਕਾਲ ਪਿਆਰੇ ਦੋਸਤੋ, ਪਿਆਰ ਭਰੀ ਫਤਿਹ ਕਬੂਲ ਕਰਿਓ। ਇੱਕ ਵਾਰ ਫਿਰ ਤੋਂ ਤੁਹਾਡਾ ਸਾਡੇ ਚੈਨਲ ਵਿੱਚ ਸਵਾਗਤ ਹੈ। ਅਸੀਂ ਤੁਹਾਨੂੰ ਦੇਸ਼ ਵਿਦੇਸ਼ਾਂ ਦੇ ਇਤਿਹਾਸ ਬਾਰੇ ਦੱਸਦੇ ਰਹਿੰਦੇ ਹਾਂ। ਅੱਜ ਅਸੀਂ ਤੁਹਾਨੂੰ ਅਮਰੀਕਾ ਦੇ ਇਤਿਹਾਸ ਬਾਰੇ ਦੱਸਾਂਗੇ ਤੇ ਅਮਰੀਕਾ ਦਾ ਇਤਿਹਾਸ ਕਿੱਦਾਂ ਦਾ ਸੀ ਤੇ ਅਮਰੀਕਾ ਕਿਵੇਂ ਹੋਂਦ ਵਿੱਚ ਆਇਆ ਤੇ ਅਮਰੀਕਾ ਦੇ ਵਿੱਚ ਕੀ ਕੀ ਹੋਇਆ ਤੇ ਅਮਰੀਕਾ ਦਾ ਜੋ ਕਲਚਰ ਆ ਉਹ ਕੀ ਆ ਤੇ ਉਸਦੀ ਜੋ ਯੂਰਪੀਅਨ ਮਿਲਣੀ ਉਹ ਕਿਵੇਂ। ਜੋ ਅਮਰੀਕਾ ਦਾ ਇਤਿਹਾਸ ਆ, ਅਮਰੀਕਾ ਦਾ ਇਤਿਹਾਸ ਉੱਤਰੀ ਅਮਰੀਕਾ ਅਤੇ ਉੱਤਰੀ ਅਮਰੀਕਾ ਦੇ ਇੱਕ ਦੇਸ਼ ਅਮਰੀਕਾ ਵਿੱਚ ਵਾਪਰੇ ਵਾਕਿਆਂ ਦਾ ਬਿਆਨ ਹੈ। ਜੱਦੀ ਅਮਰੀਕੀ ਅਤੇ ਯੂਰਪੀਅਨਾਂ ਦੀ ਮਿਲਣੀ ਤਕਰੀਬਨ 15,000 ਵਰ੍ਹਿਆਂ ਤੋਂ ਪਹਿਲਾਂ ਉੱਤਰੀ ਅਮਰੀਕਾ 'ਚ ਬਸਣ ਵਾਲੇ ਲੋਕ ਬੇਰਿੰਗ ਧਰਤ ਜੋੜ ਰਾਹੀਂ ਸਾਈਬੀਰੀਆ ਤੋਂ ਆਏ ਸਨ। ਪੂਰਬ ਕੋਲੰਬੀਆ ਮਿਸੀਸਿਪੀ ਸੱਭਿਆਚਾਰ ਵਰਗੀਆਂ ਰਹਿਤਲਾਂ ਨੇ ਉੱਨਤ ਖੇਤੀਬਾੜੀ, ਸ਼ਾਨਦਾਰ ਉਸਾਰੀ ਕਲਾ ਅਤੇ ਮੁਲਕ ਪੱਧਰੀ ਸਮਾਜਾਂ ਦਾ ਵਿਕਾਸ ਕਰ ਲਿਆ ਸੀ। ਯੂਰਪੀ ਖੋਜਾਂ ਅਤੇ ਵਪਾਰੀਆਂ ਨਾਲ ਪਹਿਲੀ ਛੋਹ ਮਗਰੋਂ ਅਮਰੀਕਾ ਦੀ ਜੱਦੀ ਆਬਾਦੀ ਘਟਣੀ ਸ਼ੁਰੂ ਹੋ ਗਈ ਸੀ, ਜਿਨ੍ਹਾਂ ਕਾਰਨਾਂ ਕਰਕੇ ਚੀਚਕ ਤੇ ਧਰਸ ਵਰਗੇ ਰੋਗ ਅਤੇ ਧੱਕਾ ਵਧੀਕੀ ਵੀ ਸ਼ਾਮਲ ਸਨ। ਬਸਤੀਕਰਨ ਜਾਂ ਨੌਵਦਕਾਰੀ ਦੇ ਅਗੇਤੇ ਦਿਨਾਂ ਵਿੱਚ ਆਬਾਦਕਾਰਾਂ ਨੇ ਅਨਾਜ ਦੀ ਥੁੜ, ਰੋਗਾਂ ਅਤੇ ਜੱਦੀ ਅਮਰੀਕੀਆਂ ਦੇ ਹੱਲਿਆਂ ਦਾ ਸਾਹਮਣਾ ਕਰਨਾ ਪਿਆ। ਕਈ ਵਾਰ ਤਾਂ ਜੱਦੀ ਅਮਰੀਕੀ ਗੁਆਂਢੀ ਕਬੀਲਿਆਂ ਨਾਲ ਜੰਗ ਵਿੱਚ ਰੁੱਝੇ ਰਹਿੰਦੇ ਸਨ ਤੇ ਯੂਰਪੀਅਨਾਂ ਦੀਆਂ ਬਸਤੀਵਾਦੀ ਜੰਗਾਂ ਵਿੱਚ ਮਦਦ ਕਰਦੇ ਸਨ। ਇਸੇ ਨਾਲ ਹੀ ਕਈ ਜੱਦੀ ਲੋਕ ਅਤੇ ਆਬਾਦਕਾਰ ਇੱਕ ਦੂਜੇ ਦੇ ਆਸਰੇ ਹੋਣ ਲੱਗ ਪਏ। ਆਬਾਦਕਾਰਾਂ ਨੂੰ ਖੁਰਾਕਾਂ ਤੇ ਡੰਗਰਾਂ ਦੀਆਂ ਖੱਲਾਂ ਦੀ ਲੋੜ ਸੀ ਅਤੇ ਜੱਦੀ ਲੋਕ ਉਹਨਾਂ ਤੋਂ ਬੰਦੂਕਾਂ, ਅਸਲਾਂ ਤੇ ਹੋਰ ਯੂਰਪੀਅਨ ਸਾਜੋ ਸਮਾਨ ਵੀ ਲੈ ਲੈਂਦੇ ਸਨ। ਜੱਦੀ ਲੋਕਾਂ ਨੇ ਆਬਾਦਕਾਰਾਂ ਨੂੰ ਇਹ ਸਿਖਾਇਆ ਕਿ ਮੱਕੀ, ਫਲੀਆਂ ਤੇ ਕੱਦੂਆਂ ਦੀ ਕਾਸ਼ਤ ਕਿੱਥੋਂ, ਕਦੋਂ ਤੇ ਕਿਵੇਂ ਕਰਨੀ ਚਾਹੀਦੀ ਹੈ। ਇਹ ਸਿਖਾਇਆ ਕਿ ਮੱਕੀ, ਫਲੀਆਂ ਅਤੇ ਕੱਦੂਆਂ ਦੀ ਕਾਸ਼ਤ ਕਿੱਥੋਂ, ਕਦੇ ਤੇ ਕਿਵੇਂ ਕਰਨੀ ਚਾਹੀਦੀ ਹੈ। ਯੂਰਪੀਅਨ, ਮਿਸਰੀ ਅਤੇ ਹੋਰ ਕਈ ਲੋਕ ਇਹਨਾਂ ਇੰਡੀਆਨਾ ਜੱਦੀ ਵਸਨੀਕਾਂ ਨੂੰ ਤਹਿਜ਼ੀਬ ਸਿਖਾਉਣਾ ਚਾਹੁੰਦੇ ਸਨ ਅਤੇ ਉਹਨਾਂ ਉੱਤੇ ਸ਼ਿਕਾਰ ਵਗੈਰਾ ਛੱਡ ਕੇ ਖੇਤੀ ਅਤੇ ਪਸ਼ੂ ਪਾਲਣ ਵੱਲ ਧਿਆਨ ਦੇਣ ਤੇ ਜ਼ੋਰ ਪਾਉਂਦੇ ਸਨ। ਜੋ ਬਸਤੀਆਂ ਸੀ ਅਮਰੀਕਾ ਵਿੱਚ 1492 ਵਿੱਚ ਕੋਲੰਬਸ ਦੇ ਨਵੇਂ ਸੰਸਾਰ ਵੱਲ ਦੀ ਪਹਿਲੇ ਸਮੁੰਦਰੀ ਸਫ਼ਰ ਤੋਂ ਬਾਅਦ ਹੋਰ ਕਈ ਖੋਜੀ ਉਹਦੇ ਰਾਹ ਉੱਤੇ ਚੱਲੇ ਅਤੇ ਫਲੋਰੀਡਾ ਤੇ ਉੱਤਰੀ ਅਮਰੀਕੀ ਦੱਖਣ ਪੱਛਮ ਵਿੱਚ ਆਬਾਦ ਹੋਏ। ਪੂਰਬੀ ਤੱਟ ਨੂੰ ਆਬਾਦ ਕਰਨ ਦੀਆਂ ਕੁਝ ਕੋਸ਼ਿਸ਼ਾਂ ਫਰਾਂਸੀਸੀਆਂ ਨੇ ਵੀ ਕੀਤੀਆਂ, ਮਗਰੋਂ ਮਿਸੀਸਿਪੀ ਦਰਿਆ ਕੰਢੇ ਬਸਣ ਵਿੱਚ ਕਾਮਯਾਬ ਹੋ ਗਏ। ਉੱਤਰੀ ਅਮਰੀਕਾ ਦੇ ਪੂਰਬੀ ਤੱਟਾਂ ਉੱਤੇ ਅੰਗਰੇਜ਼ਾਂ ਦੀ ਪਹਿਲੀ ਕਾਮਯਾਬ ਬਸਤੀਆਂ 1607 ਵਿੱਚ ਜੇਮਜ਼ਟਾਊਨ ਵਿਖੇ ਬਸੀਆਂ ਤੇ ਵਰਜੀਨੀਆ ਲੋਕ ਕਲੋਨੀ ਅਤੇ 1620 ਵਿੱਚ ਬਸੀ ਹਾਜੀਆਂ ਦੀ ਪਲਾਈਮਥ ਕਲੋਨੀ ਸਨ। ਨਿੱਜੀ ਪੈਲੀਆਂ ਦੀ ਮਾਲਕੀ ਸ਼ੁਰੂ ਹੋਣ ਤੋਂ ਪਹਿਲਾਂ ਭਾਈਚਾਰ ਰੋਜੀ ਰੋਟੀ ਤੇ ਗੇਤਰੇ ਤਜਰਬੇ ਵਿੱਚ ਫੇਲ ਹੋ ਗਏ ਸਨ। ਬਹੁਤੇ ਆਬਾਦਕਾਰ ਅਸਹਿਮਤੀਆਂ ਰੱਖਣ ਵਾਲੇ ਈਸਾਈਆਂ ਦੀਆਂ ਟੋਲੀਆਂ ਸਨ ਜੋ ਧਾਰਮਿਕ ਆਜ਼ਾਦੀ ਦੀ ਭਾਲ ਵਿੱਚ ਉਤਰਦਿਆਂ ਹੋਇਆਂ ਸਹੀ ਕੀਤੇ ਗਏ। ਬਹੁਤੇ ਆਬਾਦਕਾਰ ਅਸਹਿਮਤੀ ਰੱਖਣ ਵਾਲੇ ਈਸਾਈਆਂ ਦੀਆਂ ਟੋਲੀਆਂ ਸਨ ਜੋ ਧਾਰਮਿਕ ਆਜ਼ਾਦੀ ਦੀ ਭਾਲ ਵਿੱਚ ਆਏ ਸਨ। 1619 ਵਿੱਚ ਵਰਜੀਨੀਆ ਦੀ ਬਰਜਸ ਸਭਾ ਮਹਾਦੀਪ ਦੀ ਪਹਿਲੀ ਚੁਣੀ ਹੋਈ ਵਿਧਾਨ ਸਭਾ ਬਣੀ, ਜੋ ਹਾਜੀਆ ਪੁਰਖਿਆਂ ਵੱਲੋਂ ਜਹਾਜ਼ਾਂ ਨੂੰ ਉਤਰਦਿਆਂ ਹੋਇਆਂ ਸਹੀ ਕੀਤੇ ਗਏ ਸਨ। ਮੇਅਰ ਫਲਾਵਰ ਸਮਝੌਤੇ ਸਣੇ ਆਉਣ ਵਾਲੇ ਸਮੇਂ ਦੀਆਂ ਸਾਰੀਆਂ ਅਮਰੀਕੀ ਬਸਤੀਆਂ ਆਪਣੇ ਨੁਮਾਇੰਦਗੀ ਪ੍ਰਸਤ ਸਵੈ ਸਰਕਾਰ ਅਤੇ ਸੰਵਿਧਾਨਵਾਦ ਦੀ ਮਿਸਾਲ ਬਣੀਆਂ। ਹਰੇਕ ਬਸਤੀ ਵਿੱਚ ਵਿਚਲੇ ਬਹੁਤੇ ਆਬਾਦਕਾਰ ਨਿੱਕੇ ਮੋਟੇ ਕਿਸਾਨ ਸਨ, ਪਰ ਕੁਝ ਹੀ ਦਹਾਕਿਆਂ ਵਿੱਚ ਕਈ ਹੋਰ ਸਨਅਤਾਂ ਦਾ ਵਿਕਾਸ ਵੀ ਹੋਇਆ। ਵਪਾਰਕ ਫਸਲਾਂ ਵਿੱਚ ਤੰਬਾਕੂ, ਜੀਰੀ ਅਤੇ ਕਣਕ ਆਉਂਦੇ ਸਨ। ਪੋਸਤੀਨ, ਮੱਛੀ ਫੜਨਾ ਅਤੇ ਲੱਕੜ ਵੱਢਣ ਵਰਗੀਆਂ ਸਨਅਤਾਂ ਵੀ ਅੱਗੇ ਵਧੀਆਂ। ਕਾਰਖਾਨੇ ਰੰਮ ਅਤੇ ਬੇੜੇ ਤਿਆਰ ਕਰਦੇ ਸਨ ਅਤੇ ਪਛੇਤੇ ਬਸਤੀਵਾਦ ਤੋਂ ਦੌਰ ਆਉਣ ਤੱਕ ਦੁਨੀਆ ਦੇ ਲੋਹੇ ਦੀ ਸਪਲਾਈ ਦਾ 7ਵਾਂ ਹਿੱਸਾ ਤਿਆਰ ਕਰਨ ਲੱਗ ਪਏ ਸਨ। ਵਕਤ ਪੈਂਦੇ ਲੋਕ ਅਰਥਚਾਰਿਆਂ ਨੂੰ ਸਹਾਰਾ ਦੇਣ ਅਤੇ ਵਪਾਰਕ ਧੁਰੇ ਬਣਨ ਲਈ ਤੱਟ ਉੱਤੇ ਕਈ ਸ਼ਹਿਰ ਉੱਭਰ ਆਏ। ਅੰਗਰੇਜ਼ੀ ਬਸਤੀਵਾਦੀਆਂ ਦੇ ਨਾਲ ਨਾਲ ਸਕਾਟ, ਆਇਰਿਸ਼ ਅਤੇ ਹੋਰ ਢਾਣੀਆਂ ਦੇ ਲੋਕ ਵੀ ਆਉਂਦੇ ਸਨ। ਜਿਉਂ-ਜਿਉਂ ਤੱਟੀ ਜ਼ਮੀਨ ਮਹਿੰਗੀ ਹੁੰਦੀ ਗਈ, ਤਿਉਂ-ਤਿਉਂ ਇਕਰਾਰਨਾਮੇ ਤੋਂ ਆਜ਼ਾਦ ਹੋਏ ਮਜ਼ਦੂਰ ਹੋਰ ਪੱਛਮ ਵੱਲ ਵਧਣੇ ਸ਼ੁਰੂ ਹੋ ਗਏ। ਬਾਅਦ ਵਿੱਚ 1500 ਵਿੱਚ ਸਪੇਨੀਆਂ ਨੇ ਵਪਾਰਕ ਫਸਲਾਂ ਦੀ ਖੇਤੀ ਗੁਲਾਮਾਂ ਤੋਂ ਕਰਵਾਉਣੀ ਸ਼ੁਰੂ ਕਰ ਦਿੱਤੀ, ਜਿਨ੍ਹਾਂ ਨੂੰ ਬਾਅਦ ਵਿੱਚ ਅੰਗਰੇਜ਼ਾਂ ਨੇ ਅਪਣਾ ਲਿਆ ਤੇ ਉੱਤਰ ਭਾਰਤ ਅਮਰੀਕਾ ਵਿੱਚ ਰੋਗ ਘੱਟ ਅਤੇ ਖੁਰਾਕ ਅਤੇ ਇਲਾਜ ਚੰਗੇਰਾ ਹੋਣ ਕਰਕੇ ਜ਼ਿੰਦਗੀ ਦੀ ਹੰਢਣਸਾਰਤਾ ਵਧੇਰੇ ਸੀ, ਜਿਸ ਸਦਕਾ ਗੁਲਾਮਾਂ ਦੀ ਗਿਣਤੀ ਵੱਧਦੀ ਗਈ। ਬਸਤੀਵਾਦੀ ਸਮਾਜ ਗੁਲਾਮੀ ਦੀ ਰੀਤ ਤੋਂ ਉਪਜਦੇ
ਦੀਨੀ ਅਤੇ ਸਦਾਚਾਰੀ ਸੰਕੇਤਾਂ ਨੂੰ ਲੈ ਕੇ ਵੰਡਿਆ ਹੋਇਆ ਸੀ ਅਤੇ ਇਸ ਰੀਤ ਦੇ ਹੱਕ ਤੱਕ ਵਿਰੋਧ ਦੋਹਾਂ ਵਿੱਚ ਵੀ ਕਈ ਮਤੇ ਪਾਸ ਕੀਤੇ ਗਏ। ਪਰ 18ਵੀਂ ਸਦੀ ਦੇ ਆਉਂਦਿਆਂ ਆਉਂਦਿਆਂ ਖਾਸ ਕਰਕੇ ਦੱਖਣੀ ਇਲਾਕਿਆਂ ਵਿੱਚ ਵਪਾਰਕ ਫਸਲਾਂ ਦੀ ਮਜ਼ਦੂਰੀ ਕਰਨ ਲਈ ਇਕਰਾਰਨਾਮੇ ਦੇ ਪਾਬੰਦ ਨੌਕਰਾਂ ਦੀ ਥਾਂ ਅਮਰੀਕੀ ਗੋਲੇ ਲੈਣ ਲੱਗੇ। 1732 ਵਿੱਚ ਜਾਰਜੀਆ ਦਾ ਬਸਤੀਕਰਨ ਹੋਣ ਨਾਲ 13 ਕਲੋਨੀਆਂ ਥਾਪੀਆਂ ਜਾ ਚੁੱਕੀਆਂ ਸਨ, ਜਿਨ੍ਹਾਂ ਨੇ ਅੱਗੇ ਜਾ ਕੇ ਅਮਰੀਕਾ ਦੇ ਇਕਜੁੱਟ ਰਾਜ ਬਣਨਾ ਸੀ। ਸਾਰੀਆਂ ਬਸਤੀਆਂ ਵਿੱਚ ਸਥਾਨੀ ਸਰਕਾਰਾਂ ਕਾਇਮ ਸਨ ਜੋ ਚੋਣਾਂ ਰਾਹੀਂ ਚੁਣੀਆਂ ਜਾਂਦੀਆਂ ਸਨ, ਜਿਨ੍ਹਾਂ ਵਿੱਚ ਤਕਰੀਬਨ ਸਾਰੇ ਆਜ਼ਾਦ ਮਰਦਾਂ ਨੂੰ ਵੋਟ ਪਾਉਣ ਦਾ ਹੱਕ ਸੀ, ਜਿਸ ਕਰਕੇ ਸਵੈ ਸਰਕਾਰ ਅਤੇ ਗਣਰਾਜਵਾਦ ਨੂੰ ਹੁੰਗਾਰਾ ਮਿਲਿਆ। ਤੇਜ਼ ਜਨਮ ਦਰਾਂ, ਹੌਲੀ ਮੌਤ ਦਰਾਂ ਅਤੇ ਸਥਾਈ ਵਸੋਂ ਦੇ ਕੇ ਸਦਕਾ ਬਸਤੀਆਂ ਦੀ ਆਬਾਦੀ ਬਹੁਤ ਛੇਤੀ ਵਧਣ ਲੱਗੀ ਸੀ। ਜੱਦੀ ਅਮਰੀਕੀਆਂ ਦੀ ਘੱਟ ਆਬਾਦੀ ਕਰਕੇ ਉਹਨਾਂ ਨੂੰ ਧਾਕ ਘਟਦੀ ਸੀ ਅਤੇ 1730 ਤੋਂ 1740 ਤੱਕ ਦੇ ਦਹਾਕਿਆਂ ਦੀਆਂ ਈਸਾਈ ਮਤ ਦੀ ਮੁੜ ਸਰਜੀਤੀ ਦੀਆਂ ਲਹਿਰਾਂ, ਜਿਨ੍ਹਾਂ ਨੂੰ ਮਹਾਨ ਜਾਗ ਆਖਿਆ ਜਾਂਦਾ ਸੀ, ਉਹਨਾਂ ਨੇ ਧਰਮ ਅਤੇ ਧਾਰਮਿਕ ਖੁੱਲ੍ਹ ਵਿੱਚ ਦਿਲਚਸਪੀ ਪੈਦਾ ਕੀਤੀ। ਫਰਾਂਸੀਸੀ ਅਤੇ ਇੰਡੀਆਨੀ ਜੰਗ ਵਿੱਚ ਬਰਤਾਨੀਆ ਫੌਜਾਂ ਨੇ ਫਰਾਂਸੀਸੀਆਂ ਤੋਂ ਕੈਨੇਡਾ ਜ਼ਬਤ ਕਰ ਲਿਆ ਸੀ, ਪਰ ਫਰਾਂਸੀਸੀ ਬੋਲਣ ਵਾਲੀ ਇਹ ਆਬਾਦੀ ਸਿਆਸੀ ਪੱਧਰ ਉੱਤੇ ਦੱਖਣੀ ਬਸਤੀਆਂ ਦੇ ਨਵੇਕਲੀ ਰਹੀ ਸੀ। ਸਰ ਕੀਤੇ ਤੇ ਧਕੱਲੇ ਜਾ ਰਹੇ ਜੱਦੀ ਅਮਰੀਕੀਆਂ ਦੀ ਛੁੱਟ 1770 ਵਿੱਚ ਇਹਨਾਂ 13 ਬਸਤੀਆਂ ਦੀ ਆਬਾਦੀ 21 ਲੱਖ ਤੋਂ ਵੱਧ ਕੇ ਮਤਲਬ ਬ੍ਰਿਟੇਨ ਦੀ ਆਬਾਦੀ ਦਾ ਤੀਜਾ ਹਿੱਸਾ ਬਣ ਗਈ। ਲਗਾਤਾਰ ਨਵੇਂ ਪਹੁੰਚ ਰਹੇ ਲੋਕਾਂ ਦੇ ਬਾਵਜੂਦ ਕੁਦਰਤੀ ਵਾਧਾ ਸਿਰਫ ਇੰਨਾ ਕੁ ਸੀ ਕਿ 1770 ਦੇ ਦਹਾਕੇ ਤੱਕ ਹੁਣ ਘੱਟ ਗਿਣਤੀ ਦੇ ਲੋਕ ਹੀ ਸਮੁੰਦਰ ਪਾਰ ਪੈਦਾ ਹੋਏ ਸਨ। ਭਾਵੇਂ ਇੰਗਲੈਂਡ ਤੋਂ ਦੂਰ ਹੋਣ ਕਰਕੇ ਬਸਤੀਆਂ ਵਿੱਚ ਸਵੈ ਸਰਕਾਰ ਦਾ ਵਿਕਾਸ ਮੁਮਕਿਨ ਹੋ ਸਕਿਆ, ਪਰ ਇਹਨਾਂ ਦੀ ਕਾਮਯਾਬੀ ਨੇ ਸਮੇਂ-ਸਮੇਂ ਉੱਤੇ ਬਾਦਸ਼ਾਹਾਂ ਨੂੰ ਆਪਣੀ ਸ਼ਾਹੀ ਅਖਤਿਆਰ ਜਤਾਉਣ ਲਈ ਉਕਸਾਇਆ। ਸੋ ਇਹ ਸੀ ਅਮਰੀਕਾ ਦਾ ਇਤਿਹਾਸ, ਤੇ ਜਿਸ ਨੂੰ ਪੰਜਾਬੀ 'ਚ ਅਮਰੀਕਾ ਦਾ ਇਤਿਹਾਸ ਵੀ ਕਿਹਾ ਜਾਂਦਾ, ਕਿ ਅਮਰੀਕਾ ਕਿਵੇਂ ਹੋਂਦ ਵਿੱਚ ਆਇਆ, ਕਿਵੇਂ ਅਮਰੀਕਾ ਉੱਪਰ ਕੰਮਕਾਰ ਚੱਲਿਆ ਤੇ ਕਿਵੇਂ ਅਮਰੀਕਾ ਨੇ ਆਪਣਾ ਸਵੈ ਸ਼ਾਸਨ ਤੇ ਸਵੈ ਸਰਕਾਰ ਨੂੰ ਜਨਮ ਦਿੱਤਾ। ਸੋ ਅਗਰ ਕਿਸੇ ਅਨੁਵਾਦ ਵਿੱਚ ਕੋਈ ਕਮੀ ਰਹਿ ਗਈ ਹੋਵੇ ਤਾਂ ਤੁਸੀਂ ਸਾਨੂੰ ਆਪਣੇ ਕਮੈਂਟ ਬਾਕਸਾਂ ਵਿੱਚ ਸੁਝਾਅ ਭੇਜੋ, ਤਾਂ ਕਿ ਅਸੀਂ ਪੂਰਨ ਇਤਿਹਾਸ ਪੜ੍ਹ ਸਕੀਏ ਤੇ ਤੁਹਾਨੂੰ ਤੁਹਾਡੇ ਅੱਗੇ ਪੇਸ਼ ਕਰ ਸਕੀਏ। ਸੋ ਅਗਰ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਸਤਿ ਸ੍ਰੀ ਅਕਾਲ।